दर्शन परसै गुरु कै, जन्म मरण दुख होवै सिफत खसमी। नूर अरसों गुरसों छटिया, खुद डिठे सच्चे पातशाह। मल जन्म जन्म कटिया, सजन सच्चा पातशाह। सिर साहांदे जिस पास बैठिया सोईया, सबना दा विसाओ। सतनाम वाहिगुरु साहिब जीओ। श्लोक महला दूजा। किस ही कोई कोए, मन निमाणी एक तू। क्यों ना मरीजा रोए, जा लग चेतना आवहे। किस ही कोई कोए, मन निमाणी एक तू। क्यों ना मरीजा रोए, जा लग चेतना आवहे। महला दूजा। जा सुख तां सुहराविओ, दुख पी संभालिओए। नानक कहे सियाणीए, यूं कंत मिलावा होए। पौड़ी हों क्या सालाही किरम जंत, वड्डी तेरी वड्याई। तू अगम दयाल अगम है, आप लह मिलाए। मैं तुझ बिन बेली को नहीं, तू अंत सखाए। जो तेरी शरणागते, तिन लह छड़ाए। नानक वे परवाह है, तिस तिल ना तमाई। जो तेरी शरणागते, तिन लह छड़ाए। नानक वे परवाह है, तिस तिल ना तमाई। वाहिगुरु जी का खालसा, वाहिगुरु जी की फतेह। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो, जिनके भाग बड़े हैं भाई तन साधु संग मुख जुरे। वड्या भागा वाले हो अमृत वेले तो दीन दयाल भगत वत्सल अनाथनाथ जगत गुरु धन 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 श्री गुरु तेग बहादुर साहिब जी महाराज जी दे परम पवित्र पावन चरण छो प्राप्त इतिहासक स्थान ते देन दुनिया दे मालक सतगुरु श्री गुरु ग्रंथ साहिब जी महाराज जी दे पवित्र पावन हजूरी च हाजरियां भर के
ਅਸ਼ਟਮ ਬਲਬੀਰਾ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਕਿਸ਼ਨ ਕੌਰ ਜੀ ਦੇ ਉਦਰ ਤੋਂ ਹੋਇਆ। ਬਚਪਨ ਵਿੱਚ ਹੀ ਸਤਿਗੁਰੂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਸੰਗਤ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਆਪ ਗੁਰੂ ਰੂਪ ਹੋਏ। ਮਹਾਕਵੀ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕ੍ਰਿਸ਼ਨ ਵਰਤਮਾ ਸ਼੍ਰੀ ਹਰਿਕ੍ਰਿਸ਼ਨ, ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੰਗਲ ਦੀ ਉਸ ਅਗਨੀ ਦੇ ਸਮਾਨ ਹਨ ਕਿ ਜਿਵੇਂ ਜੰਗਲ ਦੀ ਅੱਗ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰਕੇ ਰੱਖ ਦਿੰਦੀ ਹੈ, ਕ੍ਰਿਸ਼ਨ ਨਾਮ ਅੱਗ ਦਾ ਵੀ ਹੁੰਦਾ। ਕ੍ਰਿਸ਼ਨ ਵਰਤਮਾ ਜਦੋਂ ਆਪਾਂ ਕਹਿੰਦੇ ਆ ਤਾਂ ਉਹਦਾ ਅਰਥ ਹੁੰਦਾ ਅਗਨੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਗਨੀ ਵਾਂਗਰ ਆਪਣੇ ਸਿੱਖਾਂ ਦੇ ਆਪਣੇ ਸੇਵਕਾਂ ਦੇ ਪਾਪਾਂ ਰੂਪੀ ਜੰਗਲ ਨੂੰ ਸਾੜ ਕੇ ਸਵਾਹ ਕਰਕੇ ਰੱਖ ਦੇਣ ਵਾਲੇ ਨੇ। ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੇਵਕ ਕ੍ਰਿਸ਼ਨਾ, ਜਦੋਂ ਕ੍ਰਿਸ਼ਨਾ ਵੱਖੋ ਵੱਖਰਾ ਸ਼ਬਦ ਨਖੇੜ ਕੇ ਕਰਾਂਗੇ ਨਾ, ਕ੍ਰਿਸ਼ਨਾ ਇਕੱਠਾ ਬੋਲਾਂਗੇ ਤਾਂ ਕ੍ਰਿਸ਼ਨ ਹੋਏਗਾ ਨਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਿਹੜੇ ਸੇਵਕ ਨੇ ਕ੍ਰਿਸ਼ਨਾ ਦਾ ਮਤਲਬ ਹੈ ਕਿ ਉਹ ਕਦੇ ਕ੍ਰਿਸ਼ ਨਹੀਂ ਹੁੰਦੇ, ਕਦੇ ਕਮਜ਼ੋਰ ਨਹੀਂ ਹੁੰਦੇ, ਕਦੇ ਦੀਨ ਨਹੀਂ ਹੁੰਦੇ, ਕਦੇ ਦੁਖੀ ਨਹੀਂ ਹੁੰਦੇ। ਜਿਨ੍ਹਾਂ ਦੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ, ਉਹਨਾਂ ਦੇ ਸੇਵਕ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਿੱਖ, ਉਹ ਕਦੇ ਦੀਨ ਨਹੀਂ ਹੁੰਦੇ, ਕਦੇ ਦੁਖੀ ਨਹੀਂ ਹੁੰਦੇ। ਤਦੇ ਗੁਰੂ ਕਲਗੀਧਰ ਜੀ ਕਹਿੰਦੇ ਨੇ, ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਨਾਲ ਹੀ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾ ਹਨ। ਸਤਿਕਾਰ ਉਹਨਾਂ ਦਾ ਵੀ ਸਿੱਖਾਂ ਵਿੱਚ ਬਹੁਤ ਹੈ। ਇੱਕ ਵਾਰ ਕਾਬਲ ਤੋਂ ਕੁਝ ਸੰਗਤ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਕੀਰਤਪੁਰ ਸਾਹਿਬ ਆਈ। ਕੁਝ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਬਹੁਤ ਦੂਰ ਰਹਿੰਦੇ ਆ, ਕਈ ਸਾਲਾਂ ਬਾਅਦ ਆ ਕੇ ਦੁਬਾਰਾ ਤੁਹਾਡੇ ਕਾਬਲ ਤੋਂ ਆ ਕੇ ਦਰਸ਼ਨ ਹੁੰਦੇ ਨੇ। ਸਤਿਗੁਰੂ ਜੀ ਕਿਰਪਾ ਕਰੋ, ਹੈ ਤਾਂ ਇਹ ਅਯੋਗ, ਪਰ ਅਸੀਂ ਫਿਰ ਵੀ ਜਾਣਨਾ ਚਾਹੁੰਦੇ ਹਾਂ ਕਿ ਸਾਹਿਬ ਜੀ ਤੁਹਾਡੇ ਤੋਂ ਬਾਅਦ ਗੁਰਤਾ ਗੱਦੀ ਉਹ ਬਾਬਾ ਰਾਮ ਰਾਏ ਜੀ ਨੂੰ ਤੁਸੀਂ ਦੇਣੀ ਹੈ ਜਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ? ਸਤਵੇਂ ਪਾਤਸ਼ਾਹ ਕਹਿਣ ਲੱਗੇ, ਹੈ ਤਾਂ ਤੁਸੀਂ ਗੁੱਝਾ ਭੇਦ ਪੁੱਛਿਆ, ਹੁਣ ਇਹ ਤਾਂ ਨਿਰੰਕਾਰ ਦੇ ਹੱਥ ਹੈ, ਤਾਂ ਨਿਰੰਕਾਰ ਦੀ ਖੇਡ ਸਮਝਣ ਵਾਸਤੇ ਤੁਸੀਂ ਏਦਾਂ ਕਰਿਓ ਕਿ ਕੱਲ ਸਵੇਰੇ ਅੰਮ੍ਰਿਤ ਵੇਲੇ
ਬਾਬਾ ਰਾਮ ਰਾਏ ਜੀ ਵੀ ਉੱਠ ਕੇ ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ, ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਬਾਣੀ ਪੜ੍ਹਦੇ ਤੇ ਪੀੜੇ ਤੇ ਉਹਨਾਂ ਨੇ ਪੋਥੀ ਦਾ ਪ੍ਰਕਾਸ਼ ਕੀਤਾ ਹੁੰਦਾ। ਏਦਾਂ ਕਰਿਓ ਕਿ ਜਿਸ ਪੀੜੇ ਤੇ ਪੋਥੀ ਦਾ ਪ੍ਰਕਾਸ਼ ਕਰਕੇ ਉਹ ਨਿਤਨੇਮ ਕਰ ਰਹੇ ਹੋਣਗੇ, ਬਾਣੀ ਪੜ੍ਹ ਰਹੇ ਹੋਣਗੇ, ਤੁਸੀਂ ਸੂਈ ਲੈ ਕੇ ਜਾਇਓ ਤੇ ਜਿਹੜੇ ਪੀੜੇ ਦਾ ਪਾਵਾ ਹੈ ਉਹਦੇ ਵਿੱਚ ਮਾਰ ਕੇ ਵੇਖਿਓ। ਜਿਸ ਦੇ ਪਾਵੇ ਵਿੱਚ ਸੂਈ ਧਸ ਗਈ ਤਾਂ ਸਮਝ ਲੈਣਾ ਉਹੀ ਗੁਰੂ ਹੈ। ਅਗਲੇ ਦਿਨ ਸੰਗਤ ਉੱਠੀ, ਉੱਠ ਕੇ ਇਸ਼ਨਾਨ ਪਾਨ ਕੀਤਾ। ਪਹਿਲਾਂ ਜਿੱਥੇ ਬਾਬਾ ਰਾਮ ਰਾਏ ਜੀ ਗੁਰਬਾਣੀ ਪੜ੍ਹ ਰਹੇ ਸੀ ਉੱਥੇ ਪੁੱਜੇ ਤੇ ਬਾਬਾ ਰਾਮ ਰਾਏ ਜੀ ਇਹ ਪੰਕਤੀਆਂ ਪੜ੍ਹ ਰਹੇ ਸੀ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ, ਮੈਂ ਕਿਵੇਂ ਸਿਮਰਨ ਕਰਾਂ, ਪਰਮੇਸ਼ਰ ਦਾ ਸਿਮਰਨ ਹੁੰਦਾ ਨਹੀਂ। ਗੁਰਬਾਣੀ ਦੀ ਪੰਕਤੀ ਤਾਂ ਸਿੱਖਾਂ ਨੇ ਜਾ ਕੇ ਪਾਵੇ ਵਿੱਚ ਸੂਈ ਧਸਾਈ। ਹੁਣ ਉਹ ਲੱਕੜ ਦਾ ਪਾਵਾ, ਉਹਦੇ ਚ ਸੂਈ ਨਹੀਂ ਧਸੀ। ਵਾਪਸ ਆ ਗਏ। ਨਾਲ ਹੀ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਗੁਰਬਾਣੀ ਪੜ੍ਹ ਰਹੇ ਨੇ ਤਾਂ 8ਵੇਂ ਪਾਤਸ਼ਾਹ ਇਹ ਪੰਕਤੀ ਪੜ੍ਹ ਰਹੇ ਸੀ, ਨਦਰ ਕਰੀ ਤਾਂ ਸਿਮਰਿਆ ਜਾਏ, ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਵਾਹਿਗੁਰੂ ਨਦਰ ਕਰੇ ਤੇ ਫਿਰ ਉਹਦਾ ਸਿਮਰਨ ਹੁੰਦਾ। ਗੁਰਬਾਣੀ ਕਹਿ ਰਹੀ ਸੀ ਵੀ ਨਦਰ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਹੈ। ਸਿੱਖਾਂ ਨੇ ਜਦੋਂ ਪਾਵੇ ਵਿੱਚ ਸੂਈ ਮਾਰੀ, ਏਦਾਂ ਵਿੱਚ ਧਸ ਗਈ ਜਿਵੇਂ ਸਾਬਣ ਦੇ ਵਿੱਚ ਸੂਈ ਧਸਦੀ। ਇਹਦਾ ਸੰਕੇਤ ਹੈ ਕਿ ਗੁਰਬਾਣੀ ਬਾਬਾ ਰਾਮ ਰਾਏ ਜੀ ਵੀ ਪੜ੍ਹ ਰਹੇ ਨੇ ਤੇ ਗੁਰਬਾਣੀ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਪੜ੍ਹ ਰਹੇ ਨੇ, ਪਰ ਗੁਰਬਾਣੀ ਦਾ ਪੂਰਨ ਅਸਰ ਕਬੂਲ ਕਰ ਰਹੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਬਾਬੇ ਰਾਮ ਰਾਏ ਤੇ ਗੁਰਬਾਣੀ ਦਾ ਅਸਰ ਨਹੀਂ। ਗੁਰਬਾਣੀ ਇੱਕੋ ਗੁਰੂ ਦੀ। ਉਹਦੇ ਤੇ ਅਸਰ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਉੱਤੇ ਗੁਰਬਾਣੀ ਦੀ ਪੂਰੀ ਕਲਾ ਹੈ। ਸੰਗਤ ਨੇ ਫੈਸਲਾ ਸਮਝ ਲਿਆ ਕਿ ਨਿਰੰਕਾਰ ਦਾ ਇਹੀ ਫੈਸਲਾ, ਅਕਾਲ ਪੁਰਖ ਦਾ ਇਹ ਫੈਸਲਾ। ਗੁਰਬਾਣੀ ਪੜ੍ਹ ਕੇ ਗੁਰਬਾਣੀ ਬਣ ਗਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰਬਾਣੀ ਰੂਪ ਹੋ ਗਏ ਨੇ। ਜਿਵੇਂ ਚੌਥੇ ਪਾਤਸ਼ਾਹ ਦੇ ਬਚਨ ਨੇ ਨਾ, ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਮਨ ਦਰਵ ਗਿਆ, ਦਰਵੀਭੂਤ ਹੋ ਗਿਆ ਕਿ ਉਹ ਲੱਕੜ ਦਾ ਪਾਵਾ ਵੀ ਇਤਨਾ ਕੂੜਾ ਤੇ ਕੋਮਲ ਹੋ ਗਿਆ, ਉਹਦੇ ਚ ਸੂਈ ਧਸ ਗਈ। ਸਮਾਂ ਬੀਤਿਆ। ਔਰੰਗਜ਼ੇਬ ਬਾਦਸ਼ਾਹ ਨੇ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਸੱਦਾ ਭੇਜਿਆ। ਸਤਿਗੁਰ ਆਖਿਆ ਅਸੀਂ ਨਹੀਂ ਆ ਸਕਦੇ। ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਬਾਬਾ ਰਾਮ ਰਾਏ ਜੀ ਨੂੰ ਜਾਂਦਿਆਂ ਬਚਨ ਕੀਤਾ, ਤੇਰੀ ਰਸਨਾ ਤੇ ਅਸੀਂ ਵਸਾਂਗੇ, ਪਰ ਯਾਦ ਰੱਖੀ ਬਾਦਸ਼ਾਹ ਦੀ ਤੋਹੀਨ, ਬਾਦਸ਼ਾਹ ਦੀ ਖੁਸ਼ਾਮਦ ਕਰਦਿਆਂ ਕਿਤੇ ਗੁਰੂ ਘਰ ਦਾ ਨਰਾਦਰ ਨਾ ਕਰ ਬੈਠੀ। ਬਾਬਾ ਰਾਮ ਰਾਏ ਜੀ ਗਏ, 72 ਕਰਾਮਾਤਾਂ ਔਰੰਗਜ਼ੇਬ ਬਾਦਸ਼ਾਹ ਨੂੰ ਵਿਖਾਈਆਂ। ਕਾਜੀ ਮੌਲਵੀ ਬਾਬਾ ਜੀ ਨਾਲ ਈਰਖਾ ਕਰਨ ਲੱਗ ਪਏ ਤੇ ਜਾਣ ਬੁੱਝ ਕੇ ਉਹਨਾਂ ਨੇ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨ ਦੀ ਮਿੱਟੀ ਬਾਬਤ ਇਹ ਲਿਖਿਆ ਵੀ ਉਹ ਸੜਦੀ ਹੈ, ਸੜ ਕੇ ਪੁਕਾਰ ਕਰਦੀ। ਉੱਥੇ ਬਾਬਾ ਰਾਮ ਰਾਏ ਜੀ, ਪਰਮੇਸ਼ਰ ਦੀ ਖੇਡ ਹੈ ਨਾ, ਮਹਾਨ ਕਰਾਮਾਤੀ ਵੀ ਨੇ,
गुरु के पुत्र भी ने। कह बैठे कि नहीं जी मुसलमान नहीं लिखिया, बेईमान लिखिया। मिट्टी बेईमान की क्या? सतवें पातशाह नूं पता लगा। महाराज जी कहते राम राय उदा बिना गल तो करामातां विखाउंदा रहा, तू रंगजेब नूं मुसलमान दी सड़ी हुई मिट्टी करामात नाल क्यों ना विखाई भी वाकई सड़दी है। किवें घुमियार उत्थों मिट्टी पुट के लियाउंदा, घड़े बना के किवें अग दे विच उहनां नूं तपाउंदा, तू सड़दी क्यों ना विखाई, साडे मूँह ना लगी। तकरीबन 5 साल की उम्र सी महाराज गुरु हरकृष्ण साहब 8वें पातशाह दी। जदों धन गुरु हर राय साहब ने सचखंड जाण की तैयारी कर ली, गुरता गद्दी गुरु हरकृष्ण साहब जी नूं दित्ती। आप 7वें पातशाह जी महाराज सचखंड ज्योति जोत समा गए। तकरीबन 2.5 साल गुरु हरकृष्ण साहब जी गुरगद्दी ते रहे ने। 7 साल कुछ महीनों की उम्र सी संपूर्ण महाराज 8वें पातशाह दी। दयानिध स्वामी जी गुरगद्दी ते बैठे अनेकां जीवां दी कल्याण कीती, अनेकां जीवां दा पार उतारा कीता। राम राय दे मन च द्वैश ते ईरखा दे भांबड़ मचण लगे। गुरता गद्दी दा हक मेरा सी, छोटे नूं मिलिया। और औरंगजेब दे कन्न भरने शुरू कीते कि उन्हां नूं इत्थे सद। सदा भेजिया ते गुरु हरकृष्ण साहब दा प्रण सी 7वें पातशाह वांगू, न मलेच के दर्शन कर है, न मलेच को दर्शन दै है। ना इनू दर्शन देने आ, ना वो करने आ मलेच दे। राजे जय सिंह ने बड़े प्यार नाल सतगुरां नूं बेनतियां कीतियां, महाराज मैं बादशाह दी हदूद कह बैठा कि गुरु साहब नूं मैं लियावांगा, कृपा करो मेरी लाज रखो। वजीर भेजे, पालकी, हाथी, रथ, घोड़ा, ये सवारियां भेजियां कि गुरु साहब जिस सवारी च बह के आना चाहन उत्थे उसे सवारी च बिठा के लियाओ। कीरतपुर साहब तो महाराज गुरु हरकृष्ण साहब जी चले, पालकी च सवार होके थोड़ा जिहा पैंडा तय किया ते पिछों सुनेहा आया कि सतगुरु जी संगत आई है ते आप जी थोड़े समय लिए रुक जाओ तो संगत दर्शन कर लवे। महाराज जी रात रुके, अगले दिन संगत आई, उन्होंने दर्शन दिते। एक दिन फिर इदा बीत गया। तीसरे दिन जदों चले तो थोड़ा जिहा पैंडा तय किया, फिर सुनेहा मिलिया महाराज पिछों संगत काबल तो आई। इदा रोज ही सुनेहा मिलिया करे ते जिहड़ा वजीर सी वो कहन लगा, महाराज जी आपां इस स्पीड नाल चलण लगे तो दिल्ली जांदे तां आपां नूं साल लग जाएगा। आप जी दे दर्शनां वास्ते तां संगतां बेअंत आउंदियां। सतगुरु जी पंजोखरा साहब अंबाले दे लागे इस नगर दे विच उतरे हुए सी ते कुच्चा जिहा टिब्बा बना के ते उहदे च निशान साहब ला के रेता दे उस टिब्बे ते संगत नूं हुक्म कीता कि हुण साडे पिछे ना आयो, इस निशान साहब दे आके दर्शन करियो। इहदे दर्शनां चों तुहानूं साडे दर्शनां दा फल प्राप्त होवेगा। जे किसी ने कोई दसवंध चढ़ाउणा ते इत्थे चढ़ावा चढ़ा दिओ, साडे तक पहुंच जाएगा। बेअंत संगतां पंजोखरा साहब पहुंचियां, उत्थे ही आके दर्शन दीदारे कीते। धन गुरु हरकृष्ण साहब जी की इत्थे एक सुते कला वरती।
ਪੰਜੋਖਰਾ ਸਾਹਿਬ ਦੇ ਰਹਿਣ ਵਾਲੇ ਇੱਕ ਪੰਡਿਤ ਜੀ ਸਨ, ਪੰਡਿਤ ਲਾਲ ਚੰਦ ਜੀ। ਚੰਗੇ ਵਿਦਵਾਨ ਸਨ, ਪੜ੍ਹੇ ਲਿਖੇ ਤੇ ਸੁਭਾਵਕ। ਕਈ ਵਾਰੀ ਵਿਦਿਆ ਪੜ੍ਹੀ ਬੰਦੇ ਨੂੰ ਅਭਿਮਾਨੀ ਬਣਾ ਦਿੰਦੀ। ਅਭਿਮਾਨ ਦੇ ਨਸ਼ੇ ਵਿੱਚ ਕਿ ਮੈਂ ਵਿਦਵਾਨ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬਾਲ ਰੂਪ ਵਿੱਚ ਵੇਖ ਕੇ ਵੀ ਇਹ ਤਾਂ ਗੁਰੂ ਕਹਾਉਂਦੇ ਐ, ਸੰਗਤ ਬੇਅੰਤ ਪੂਜਦੀ ਹੈ, ਤੇ ਨੇ ਸ਼ੰਕਾ ਕੀਤਾ ਕਿ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਸਨ, ਤੇ ਇਹ ਉਹਨਾਂ ਤੋਂ ਦੁਗਣਾ ਨਾ ਦੋ ਵੇਰੀ ਕ੍ਰਿਸ਼ਨ ਕਹਾਉਂਦੇ ਆ। ਹਰ ਕ੍ਰਿਸ਼ਨ, ਕਿਉਂਕਿ ਹਰ ਦਾ ਮਤਲਬ ਵੀ ਕ੍ਰਿਸ਼ਨ ਹੀ ਹੈ। ਕਿ ਹਰ ਕ੍ਰਿਸ਼ਨ ਹਰੀ ਕ੍ਰਿਸ਼ਨ ਕਹਾਉਂਦੇ ਨੇ ਕਿ ਗੀਤਾ ਦੇ ਅਰਥ ਕਰ ਸਕਦੇ ਨੇ ਜਿਹੜੀ ਭਗਵਾਨ ਕ੍ਰਿਸ਼ਨ ਜੀ ਨੇ ਉਚਾਰਨ ਕੀਤੀ। ਗੀਤਾ ਦਾ ਜਿਹੜਾ ਸਿਧਾਂਤ ਹੈ ਉਹ ਬੜਾ ਡੂੰਘਾ, ਉਹਦੀ ਫਿਲਾਸਫੀ ਡੂੰਘੀ। ਉਹਦੇ ਚ ਕਰਮ ਕਾਂਡ ਦਾ ਵਿਸ਼ੇਸ਼ਣ ਵੀ ਹੈ, ਸਾਖ ਦਾ ਵੀ ਜ਼ਿਕਰ ਆਉਂਦਾ। ਤੇ ਬੜੇ ਡੂੰਘੇ ਅਧਿਆਏ ਨੇ ਉਹਦੇ। ਉਹਨੇ ਆਖਿਆ ਕਰ ਲੈਣਗੇ ਅਰਥ ਗੀਤਾ ਦੇ। ਸਾਹਿਬ ਜੀ ਨੂੰ ਸਿੱਖ ਨੇ ਜਾ ਕੇ ਬੇਨਤੀ ਕੀਤੀ ਕਿ ਏਦਾਂ ਪੰਡਤ ਆ, ਉਹ ਇਹ ਬਚਨ ਕਰਦਾ। ਸਤਿਗੁਰ ਆਖਿਆ ਜਾ ਕੇ ਪੰਡਤ ਜੀ ਨੂੰ ਕਹੋ ਅਰਥ ਤਾਂ ਅਸੀਂ ਵੀ ਕਰ ਦਿਆਂਗੇ, ਪਰ ਉਹਦੇ ਮਨ ਦਾ ਸ਼ੰਕਾ ਨਹੀਂ ਜਾਣਾ। ਉਹਨੇ ਸੋਚਣਾ ਵੀ ਗੁਰੂ ਦੇ ਪੁੱਤਰ ਨੇ, ਉਹਨਾਂ ਨੇ ਗੀਤਾ ਛੋਟੀ ਉਮਰੇ ਪੜ੍ਹਾ ਦਿੱਤੀ ਹੋਣੀ। ਪੰਡਤ ਜੀ ਨੂੰ ਕਹੋ ਕਿ ਆਪਣੀ ਮਰਜ਼ੀ ਦਾ ਵਿਅਕਤੀ ਚੁਣ ਕੇ ਲੈ ਆਉਣ ਨਗਰ ਦੇ ਵਿੱਚੋਂ, ਉਹਦੇ ਕੋਲੋਂ ਗੀਤਾ ਦੇ ਅਰਥ ਕਰਾਵਾਂਗੇ। ਛੱਜੂ ਨਾਮ ਦਾ ਇੱਕ ਚੀਵਰ ਪਿੰਡ ਦੀਆਂ ਗਲੀਆਂ 'ਚ ਰੁਲਦਾ ਫਿਰਦਾ ਸੀ। ਲੋਕਾਂ ਦਾ ਪਾਣੀ ਢੋਣਾ, ਗੂੰਗਾ ਤੇ ਬੋਲਾ ਵੀ ਹੈ, ਤੇ ਪਾਣੀ ਢੋਣ ਦੀ ਕਿਰਤ ਕਰਨੀ। ਲੋਕਾਂ ਨੇ ਝਿੜਕਣਾ, ਕਿਉਂਕਿ ਸੁਣ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ। ਸੋਚਿਆ ਵੀ ਜੇ ਕਿਤੇ ਬੋਲਣ ਵਾਲਾ ਬੰਦਾ ਲੈ ਗਿਆ ਤੇ ਸੱਚੀ ਮੁੱਚੀ ਨਾਲ ਅਰਥ ਕਰਾ ਦੇਣੇ, ਗੂੰਗੇ ਨੂੰ ਥੋੜੀ ਬੁਲਾਉਣਗੇ। ਉਹਨੂੰ ਲਿਆ ਤੇ ਸਤਿਗੁਰਾਂ ਕੋਲ ਲੈ, ਕਹਿੰਦਾ ਜੀ ਇਹਦੇ ਕੋਲੋਂ ਅਰਥ ਕਰਾਓ। ਅਸ਼ਟਮ ਬਲਵੀਰਾ ਸਤਿਗੁਰੂ ਜੀ ਨੇ ਲਾਗੇ ਇੱਕ ਤਾਲ ਸੀ, ਪੰਜੋਖਰਾ ਸਾਹਿਬ ਸਰੋਵਰ, ਉਹਦੇ ਚ ਆਪਣੇ ਚਰਨ ਪਾਏ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਛੱਜੂ ਨੂੰ ਇਹਦੇ ਚ ਇਸ਼ਨਾਨ ਕਰਾ ਕੇ ਲਿਆਓ। ਸਰੋਵਰ ਚ ਇਸ਼ਨਾਨ ਕਰਵਾ ਕੇ ਸਤਿਗੁਰਾਂ ਦੇ ਪਾਸ ਲਿਆ ਕੇ ਬਿਠਾਇਆ। 8ਵੇਂ ਪਾਤਸ਼ਾਹ ਦੇ ਹੱਥਾਂ ਵਿੱਚ ਛੜੀ ਹੈ, ਮਿਹਰਾਂ ਭਰੀ ਛੜੀ। ਵੇਖਣ ਨੂੰ ਭਾਵੇਂ ਉਹ ਲੱਕੜੀ ਦੀ ਕਾਠ ਦੀ ਛੜੀ, ਪਰ ਉਹਦੇ ਵਿੱਚ ਮੇਰੇ ਗੁਰੂ ਦੀ ਦਇਆ, ਉਹਦੇ ਵਿੱਚ ਮੇਰੇ ਸਤਿਗੁਰਾਂ ਦਾ ਤਰਸ ਹੈ, ਉਹਦੇ ਵਿੱਚ ਮੇਰੇ ਗੁਰੂ ਦੀ ਕਲਾ ਹੈ, ਉਹਦੇ ਚ ਮੇਰੇ ਸਾਹਿਬ ਦਾ ਤਰਸ ਹੈ। ਉਹ ਛੜੀ ਛੱਜੂ ਝੀਵਰ ਦੇ ਸਿਰ ਨਾਲ ਛੁਆਈ ਹੈ। ਅੰਦਰ ਜਿਵੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ ਨਾ, ਉਹ ਪ੍ਰਕਾਸ਼ ਛੱਜੂ ਦੇ ਅੰਦਰ ਹੋਇਆ। ਗੂੰਗਾ ਬੋਲਿਆ। ਲਾਗੇ ਬੈਠੇ ਪੰਡਿਤ ਲਾਲ ਚੰਦ ਨੂੰ ਕਹਿੰਦਾ, ਲਾਲ ਚੰਦ ਜੀ ਕਸਮ ਨੇ ਸ਼ਾਸਤਰ ਪ੍ਰਵਿਰਤਾ। ਪੰਡਿਤ ਜੀ ਹੁਣ ਕੱਲੀ ਗੀਤਾ ਦੀ ਗੱਲ ਨਹੀਂ ਰਹੀ, ਦੁਨੀਆ ਦੇ ਕਿਸ ਸ਼ਾਸਤਰ ਦੇ ਅਰਥ ਮੇਰੇ ਕੋਲੋਂ ਪੁੱਛਣੇ ਆ, ਪੁੱਛ। ਕਿਸ ਸ਼ਾਸਤਰ 'ਚ ਪ੍ਰਵਿਰਤੀ ਕਰਨੀ? ਔਖਾ ਸ਼ਾਸਤਰ ਮੰਨਿਆ ਜਾਂਦਾ ਹਿੰਦੁਸਤਾਨ ਵਿੱਚ, ਸਭ ਤੋਂ ਔਖਾ ਸ਼ਾਸਤਰ ਨਿਆਏ ਸ਼ਾਸਤਰ। ਉਹਨੂੰ ਸਮਝਣਾ ਔਖਾ ਹੈ। 10 ਉਹਦੀ ਚਰਚਾ ਕਰੀਏ ਤਾਂ 10 ਉਹਦੀ ਕਰ ਲੈਨੇ। वेदांत शास्त्र की चर्चा करनी तां दस, सांख की विचार करनी तां दस, योग की ਜਾਂ पूर्वी मीमांसा ਨੂੰ ਵਿਚਾਰਨਾ ਤੇ ਤਾਂ ਵੀ 10, ਵਿਸ਼ੇਖਕ ਦੀ ਗੱਲ ਕਰਨੀ ਹੈ ਤਾਂ ਉਹਦੀ ਕਰ ਲੈ। ਇੱਥੇ ਹੁਣ ਵਿਦਿਆ ਦੀ ਕੋਈ ਕਮੀ ਨਹੀਂ, ਛੜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਿਰ ਤੇ ਰੱਖੀ ਹੋਈ। ਲਾਲ ਚੰਦ हैरान सी, गूंगा किवें बोल पिया।
ਲਾਲ ਚੰਦ ਨੇ ਨਹੀਂ ਸਨ ਸੁਣੀਆਂ ਸਾਹਿਬ ਦੀਆਂ ਪੰਕਤੀਆਂ ਕਿ ਜਦੋਂ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ, ਸਤਿਗੁਰਾਂ ਦੀ ਸੰਗਤ ਦਾ ਪ੍ਰਤਾਪ ਵਰਤਦਾ ਹੈ, ਤਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕਿ ਗੁਰੂ ਦੀ ਸੰਗਤ ਦਾ, ਸਤਿਗੁਰਾਂ ਦੀ ਸੰਗਤ ਦਾ ਕੀ ਪ੍ਰਤਾਪ ਹੈ। ਕਲਗੀਧਰ ਸਵਾਮੀ ਲਿਖਦੇ ਨੇ, ਮੂੰਹ ਕੁਚਰਾਏ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੂ ਸੁਨੈ, ਜੋ ਕਾਲ ਕਿਰਪਾ ਕਰਾਏ। ਮੂਰਖ 6 ਸ਼ਾਸਤਰਾਂ ਦਾ ਵਕਤਾ ਬਣ ਸਕਦਾ ਹੈ ਜੇ ਅਕਾਲ ਪੁਰਖ ਦੀ ਕਿਰਪਾ ਹੋ ਜਾਏ, ਕਿਉਂਕਿ ਖਲ ਮੂਰਖ ਤੇ ਪੰਡਿਤ ਕਰਬੋ। ਜੋ ਮੂਰਖਾਂ ਤੋਂ ਪੰਡਿਤ ਬਣਾ ਸਕਦਾ ਹੈ ਤੇ ਪੰਡਤਾਂ ਨੂੰ ਮੂਰਖ ਵੀ ਸਾਬਤ ਕਰ ਸਕਦਾ ਹੈ। ਪੰਡਿਤ ਨੇ ਸ਼ਲੋਕ ਪੜ੍ਹਿਆ ਤੇ ਪੜ੍ਹਦਿਆਂ ਥੋੜਾ ਜਿਹਾ ਜਿਵੇਂ ਘਬਰਾਇਆ ਹੋਇਆ ਸੀ, ਤੇ ਸ਼ਲੋਕ ਵੀ ਸ਼ੁੱਧ ਨਹੀਂ ਉਚਾਰ ਸਕਿਆ ਘਬਰਾਹਟ ਵਿੱਚ। ਛੱਜੂ ਨੇ ਪਹਿਲਾਂ ਸ਼ਲੋਕ ਸ਼ੁੱਧ ਕੀਤਾ, ਆਖਿਆ ਪੰਡਤ ਜੀ ਏਦਾਂ ਨਹੀਂ, ਏਦਾਂ ਲਿਖਿਆ। ਕਿੱਥੇ ਝੀਵਰਾਂ ਨੂੰ ਗੀਤਾ ਪੜ੍ਹਨ ਲਾਇਆ ਜਾ ਸਕਦਾ ਸੀ ਉਹਨਾਂ ਵੇਲਿਆਂ 'ਚ, ਤੇ ਲੋਕਾਂ ਨੂੰ, ਝੀਵਰਾਂ ਨੂੰ, ਨੀਵੇਂ ਵਰਨ ਦੇ ਲੋਕਾਂ ਨੂੰ ਤਾਂ ਸ਼ਾਸਤਰਾਂ ਨੂੰ ਹੱਥ ਲਾਉਣ ਦਾ ਵੀ ਹੁਕਮ ਨਹੀਂ ਸੀ, ਪੜ੍ਹਨੇ ਤਾਂ ਪਾਸੇ ਰਹੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕੈਸੀ ਦਇਆ ਕਰ ਰਹੇ ਨੇ, ਕੈਸੀ ਕਿਰਪਾ ਕਰ ਰਹੇ ਨੇ ਕਿ ਗਿਆਨ ਦਾ ਹੱਕ ਤਾਂ ਹਰ ਇੱਕ ਪ੍ਰਾਣੀ ਮਾਤਰ ਨੂੰ ਹੈ, ਉਹ ਕਿਸੇ ਵਰਨ ਨਾਲ ਸੰਬੰਧਿਤ ਹੋਵੇ। ਪੰਡਿਤ ਲਾਲ ਚੰਦ ਮਹਾਰਾਜ ਜੀ ਦੇ ਚਰਨੀ ਢਹਿ ਪਿਆ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਲਾ ਵਰਤੀ। 10ਵੇਂ ਜਾਮੇ 'ਚ ਕਲਗੀਧਰ ਦੇ ਪਾਸ ਜਾ ਕੇ ਨੇ ਖੰਡੇ ਦੀ ਪੌਲ ਛਕੀ ਤੇ ਚਮਕੌਰ ਦੀ ਗੜੀ ਵਿੱਚ ਹੋਣ ਵਾਲੇ 40 ਸ਼ਹੀਦਾਂ ਦੇ ਵਿੱਚ ਲਾਲ ਸਿੰਘ ਬਣ ਕੇ ਸ਼ਹੀਦ ਹੋਇਆ। ਕਿਹੋ ਜਿਹੀ ਛੋਹ ਸੀ ਮਹਾਰਾਜ 8ਵੇਂ ਪਾਤਸ਼ਾਹ ਦੀ। ਛੜੀ ਰੱਖ ਕੇ ਗੂੰਗਿਆਂ ਨੂੰ ਬੋਲਣ ਲਾ ਦਿੰਦੇ। ਐਸੇ ਦਿਆਲੂ ਨੇ, ਐਸੇ ਕਿਰਪਾਲੂ ਨੇ। ਅੱਜ ਵੀ ਮੇਰੇ ਸਾਹਿਬ ਦੀ ਉੱਥੇ ਸੁਤੇ ਕਲਾ ਵਰਤਦੀ। ਬੇਅੰਤ ਸੰਗਤਾਂ ਪੰਜੋਖਰਾ ਸਾਹਿਬ ਹਾਜ਼ਰੀਆਂ ਭਰਦੀਆਂ। ਅੱਜ ਦੇ ਦਿਨ ਵੱਡਾ ਜੋੜ ਮੇਲ ਹੁੰਦਾ ਔਰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਪੰਜੋਖਰਾ ਸਾਹਿਬ ਨਤਮਸਤਕ ਹੁੰਦੀਆਂ। ਦਿੱਲੀ ਗਏ, ਦਰਸ਼ਨ ਦਿੱਤੇ ਰਾਜੇ ਜੈ ਸਿੰਘ ਨੂੰ। ਸਾਹਿਬ ਦਾ ਉਤਾਰਾ ਬੰਗਲੇ 'ਚ ਕਰਾਇਆ। ਮਨ 'ਚ ਇੱਕ ਦਿਨ ਫੁਰਨਾ ਜਿਹਾ ਆਇਆ। ਰਾਣੀਆਂ ਨੇ ਆਖਿਆ ਵੀ ਅਸੀਂ ਪਰਖ ਕਰੀਏ ਗੁਰੂ ਸਾਹਿਬ ਦੀ ਕਲਾ ਦੀ। ਰਾਜਾ ਜੈ ਸਿੰਘ ਸਤਿਗੁਰਾਂ ਨੂੰ ਨਾਲ ਲੈ ਗਿਆ। ਆਪਣੇ ਮਹਿਲ 'ਚ ਜਦੋਂ ਪੁੱਜਾ, ਜਿਹੜੀ ਰਾਣੀ ਸੀ ਨਾ ਪਟਰਾਣੀ, ਉਹ ਮੈਲੇ ਕੁਚੈਲੇ ਜੇ ਕੱਪੜੇ ਦਾਸੀਆਂ ਵਾਲੇ ਪਾ ਕੇ ਤੇ ਇੱਕ ਪਾਸੇ ਬਹਿ ਗਈ, ਤੇ ਜਿਹੜੀਆਂ ਗੋਲੀਆਂ ਸੀ ਨੌਕਰ ਰਾਣੀਆਂ ਸੀ, ਉਹਨਾਂ ਨੂੰ ਵਧੀਆ ਹਾਰ ਸ਼ਿੰਗਾਰ ਕਰਾ ਕੇ ਸੋਹਣੇ ਬਸਤਰ ਪਵਾ ਕੇ ਬਿਠਾ ਦਿੱਤਾ। ਤੇ ਸੋਚਦੀ ਹੈ ਕਿ ਵੇਖਾਂ ਗੁਰੂ ਸਾਹਿਬ ਮੈਨੂੰ ਪਛਾਣਦੇ, ਜੇ ਸਿਆਣਨਗੇ ਗੁਰੂ ਸਾਹਿਬ ਪਛਾਣਨਗੇ ਤਾਂ ਕਿ ਮੇਰੀ ਗੋਦ 'ਚ ਬੈਠਣਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਦੋਂ ਰਾਣੀਆਂ ਨੂੰ ਵੇਖਿਆ, ਰਾਣੀ ਵੀ ਵੇਖੀ ਤੇ ਗੋਲੀਆਂ ਵੀ ਬੈਠੀਆਂ, ਛੜੀ ਹੱਥ 'ਚ ਫੜੀ, ਉਹ ਕੱਲੀ ਕੱਲੀ ਗੋਲੀ ਦੇ ਸਿਰ ਤੇ ਦਾ ਰੱਖ ਕੇ ਉਹ ਬੈਠੀਆਂ ਹੋਈਆਂ ਸੀ ਲਾਈਨ 'ਚ, ਸਿਰ ਤੇ ਹੱਥ ਛੜੀ ਰੱਖ ਕੇ ਕਹਿੰਦੇ ਇਹ ਵੀ ਰਾਣੀ ਨਹੀਂ,
ਅੱਗੇ ਨੌਕਰਾਣੀ ਬੈਠੀ, ਉਹਦੇ ਸਿਰ ਤੇ ਛੜੀ ਰੱਖੀ, ਇਹ ਵੀ ਨਹੀਂ। ਫਿਰ ਕਹਿੰਦੇ ਇਹ ਵੀ ਨਹੀਂ, ਜਿੱਥੇ ਉਹ ਪਟਰਾਣੀ ਬੈਠੀ ਸੀ ਉਹਦੇ ਸਿਰ ਤੇ ਰੱਖ ਕੇ ਛੜੀ ਤੇ ਕਹਿੰਦੇ ਰਾਣੀ ਰਾਣੀ ਹੋ ਕੇ ਏਦਾਂ ਗੋਲੀਆਂ ਵਾਲੇ ਕੱਪੜੇ ਪਾਏ ਆ, ਤੈਨੂੰ ਸ਼ੋਭਦਾ ਨਹੀਂ। ਉਹਨੇ ਝੱਟ ਸਤਿਗੁਰਾਂ ਨੂੰ ਗਲਵੱਕੜੀ ਚ ਲਿਆ। ਕਈ ਤਰ੍ਹਾਂ ਦੇ ਖਿਡੌਣੇ ਕਿ ਬਾਲ ਰੂਪ ਵਿੱਚ ਨੇ ਸਤਿਗੁਰੂ ਜੀ, ਮਿੱਟੀ ਦੇ ਬਣੇ ਘੋੜੇ, ਚਾਂਦੀ ਤੇ ਸੋਨੇ ਦੇ ਬਣੇ ਬਹੁਤ ਸਾਰੇ ਨਿੱਕੇ ਨਿੱਕੇ ਖਿਡੌਣੇ ਮੇਰੇ ਸਾਹਿਬ ਨੂੰ ਭੇਟਾ ਕਰਦੀ। ਬਾਲਾ ਪ੍ਰੀਤਮ ਜੋ ਨੇ ਸਤਿਗੁਰੂ। ਰਾਜੇ ਜੈ ਸਿੰਘ ਨੂੰ ਮਹਾਰਾਜ ਜੀ ਨੇ ਆਖਿਆ, ਰਾਜਾ ਗੁਰੂਆਂ ਦੀ ਪਰਖ ਨਹੀਂ ਕਰੀਦੀ, ਤੂੰ ਇਹ ਚੰਗਾ ਨਹੀਂ ਕੀਤਾ। ਜੇ ਸ਼ਰਧਾ ਰੱਖੀ ਸੀ ਤੇ ਫਿਰ ਪਰਖਣ ਦੀ ਕੀ ਲੋੜ ਸੀ। ਪਾਤਸ਼ਾਹ ਨੇ ਉਦਾਸੀ ਜ਼ਾਹਰ ਕੀਤੀ, ਨਾਰਾਜ਼ਗੀ ਪ੍ਰਗਟ ਕੀਤੀ। ਘਰ ਆਏ ਮਹਾਰਾਜ ਜੀ ਮਹਿਲ ਦੇ ਵਿੱਚ ਤੇ ਰਾਜਾ ਦਰਸ਼ਨਾਂ ਨੂੰ ਆਇਆ, ਸਤਿਗੁਰਾਂ ਦਰਵਾਜ਼ਾ ਨਹੀਂ ਖੋਲਿਆ। ਕਹਿੰਦੇ ਜਾ ਚਲਾ ਜਾ ਰਾਜਿਆ, ਸਾਡੀਆਂ ਪਰਖਾਂ ਕਰਦਾ। ਵਾਹਿਗੁਰੂ ਕਿ ਗਿਆ ਕੇ ਬੇਨਤੀ ਕੀਤੀ, ਸਾਹਿਬ ਬਖਸ਼ ਲੋ, ਮੇਰੇ ਕੋਲੋਂ ਭੁੱਲ ਹੋ ਗਈ। ਫਿਰ ਦਰਸ਼ਨ ਦਿੱਤੇ। ਚੇਚਕ ਦੀ ਮਹਾਮਾਰੀ ਦਾ ਰੋਗ ਦਿੱਲੀ ਦੇ ਵਿੱਚ ਫੈਲ ਗਿਆ, ਮਰਨ ਲੱਗੇ ਲੋਕ ਸੈਂਕੜੇ। ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰੇ ਉਹਦਾ ਰੋਗ ਠੀਕ ਹੋ ਜਾਇਆ ਕਰੇ। ਸਤਿਗੁਰਾਂ ਦੇ ਦਸਤ ਕਮਲਾਂ ਦਾ ਰੁਮਾਲ ਜਲ ਚ ਛੁਆ ਕੇ ਜਿਹਨੂੰ ਜਲ ਪਿਆਉਂਦੇ ਉਹਦੇ ਰੋਗ ਕੱਟੇ ਜਾਂਦੇ। ਬੰਗਲਾ ਸਾਹਿਬ ਦਿੱਲੀ ਤੋਂ ਅੱਜ ਵੀ ਸੈਂਕੜੇ ਲੋਕ ਮਹਾਰਾਜ 8ਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੋਂ ਜਲ ਲੈਂਦੇ। ਉਹ ਮਰਿਆਦਾ ਅੱਜ ਵੀ ਉਸੇ ਤਰ੍ਹਾਂ ਚੱਲਦੀ ਹੈ ਉੱਥੇ। ਔਰ ਸੈਂਕੜੇ ਹਜ਼ਾਰਾਂ ਸਹਿਜਧਾਰੀ ਸਿੱਖ, ਮੁਸਲਮਾਨ ਵੀਰ, ਹਿੰਦੂ ਵੀਰ ਵੀ ਮਹਾਰਾਜ ਜੀ ਦੇ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਔਰ ਉੱਥੋਂ ਜਲ ਛਕ ਕੇ ਜਾਂਦੇ, ਚਰਨ ਧੂੜੀ ਮੱਥੇ ਤੇ ਲਾ ਕੇ ਜਾਂਦੇ ਤੇ 8ਵੇਂ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹੋ ਕੇ ਸ਼ੁਕਰਾਨਾ ਕਰਦੇ। ਦਰਸ਼ਨ ਕਰਦਿਆਂ ਹੀ ਦੁੱਖ ਦੂਰ ਹੋ ਜਾਣ, ਐਸੇ ਸਤਿਗੁਰੂ। ਕਲਗੀਧਰ ਸਵਾਮੀ ਜਦੋਂ 10 ਪਾਤਸ਼ਾਹੀਆਂ ਦੇ ਚਰਨਾਂ ਚ ਰਜੋਈ ਕਰਦੇ, ਅਰਦਾਸ ਕਰਦੇ ਨੇ ਨਾ, 9 ਪਾਤਸ਼ਾਹੀਆਂ ਨੂੰ ਵੱਡਿਆਂ ਨੂੰ ਧਿਆਉਂਦੇ, 10ਵੇਂ ਪਾਤਸ਼ਾਹ ਤਾਂ ਅਰਦਾਸ ਕਰਦਿਆਂ ਕਰਦਿਆਂ ਕਹਿੰਦੇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਸਭ ਦੁੱਖ ਜਾਏ, ਜਿਸ ਡਿਠੇ 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 ਸਭ ਦੁੱਖ ਜਾਏ। ਸਤਿਗੁਰੂ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰਾਂ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਦੂਸਰੇ ਗੁਰਦੇਵ ਤ੍ਰਿਹਣ ਕੁਲ ਸਿਰਮੌਰ ਬਾਬਾ ਫੇਰੂ ਨੰਦਨ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ
ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਦੂਜਾ। ਕਿਸ ਹੀ ਕੋਈ ਕੋਏ, ਮਨ ਨਿਮਾਣੀ ਇੱਕ ਤੂੰ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸੂਹੀ ਦੀ ਵਾਰ 'ਚ ਇਹ ਪਾਵਨ ਪਵਿੱਤਰ ਸ਼ਲੋਕ ਉਚਾਰਨ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਖਾਂ ਦੀ ਪਰਖ ਕੀਤੀ ਤਾਂ ਅਖੀਰ ਤਾਈਂ ਕੇਵਲ ਭਾਈ ਲਹਿਣਾ ਜੀ ਨਿਭੇ ਨੇ। ਭਾਈ ਲਹਿਣੇ ਨੂੰ ਕਹਿੰਦੇ ਆ ਮੁਰਦਾ ਖਾਣਾ ਪਊ। ਆਖਿਆ ਜੀ ਸਤ ਬਚਨ। ਇਸ ਪ੍ਰੀਖਿਆ ਵਿੱਚ ਵੀ ਜਦੋਂ ਭਾਈ ਲਹਿਣਾ ਜੀ ਖਰੇ ਉਤਰੇ ਨਾ, ਸਭ ਚਲੇ ਗਏ ਤੇ ਸਾਹਿਬ ਕਹਿੰਦੇ ਤੂੰ ਵੀ ਜਾ। ਤੂੰ ਕਿਉਂ ਨਹੀਂ ਜਾਂਦਾ? ਤਾਂ ਭਾਈ ਲਹਿਣੇ ਨੇ ਜੋ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੀ ਉਹ ਸਿਮਰਤੀ ਆਈ, ਉਸ ਸਮੇਂ ਨੂੰ ਚੇਤੇ ਕਰਦਿਆਂ ਇਹ ਬਚਨ ਉਚਾਰਿਤ ਕੀਤੇ। ਹੇ ਮੇਰੇ ਗੁਰੂ ਬਾਬਾ ਜੀ, ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ, ਕਿਸੇ ਹੀ ਕੋਏ ਕੋਏ, ਕਿਸੇ ਦਾ ਕੋਈ ਆਸਰਾ ਤੇ ਕਿਸੇ ਦਾ ਕੋਈ। ਹਰ ਇੱਕ ਨੇ ਕੋਈ ਨਾ ਕੋਈ ਆਪਣੀ ਧਿਰ ਬਣਾਈ ਹੁੰਦੀ ਹੈ ਨਾ, ਜਿਹਨੂੰ ਕਹਿੰਦੇ ਠਾਹਰ, ਵੀ ਜੇ ਮੈਨੂੰ ਔਖਾ ਵੇਲਾ ਆਵੇ ਤੇ ਮੈਂ ਕਿਹਦੇ ਕੋਲ ਜਾਣਾ। ਕਿਸੇ ਨੇ ਕਿਸੇ ਰਾਜਨੀਤਿਕ ਬੰਦੇ ਦਾ ਆਸਰਾ ਲਿਆ ਹੁੰਦਾ, ਕਿਸੇ ਨੇ ਕਿਸੇ ਅਫਸਰ ਦਾ ਆਸਰਾ ਲਿਆ ਹੁੰਦਾ, ਕਿਸੇ ਨੇ ਕਿਤੇ ਆਪਣੇ ਯਾਰ ਦੋਸਤ ਮਿੱਤਰ ਦਾ ਆਸਰਾ ਲਿਆ ਹੁੰਦਾ, ਕਿਸੇ ਨੇ ਭਰਾ ਦਾ, ਕਿਸੇ ਨੇ ਮਾਂ ਦਾ, ਕਿਸੇ ਨੇ ਬਾਪ ਦਾ, ਕਿਸੇ ਨੇ ਪੁੱਤ ਦਾ, ਕਿਸੇ ਨੇ ਧਨ ਦਾ, ਕਿਸੇ ਨੇ ਜ਼ਮੀਨ ਦਾ, ਕਿਸੇ ਨੇ ਆਪਣੀ ਪੜ੍ਹੀ ਵਿਦਿਆ ਦਾ। ਸਭ ਨੇ ਕੋਈ ਨਾ ਕੋਈ ਆਸਰਾ ਬਣਾਇਆ ਹੁੰਦਾ ਹੈ। ਉਹਨੂੰ ਕਹਿੰਦੇ ਨੇ ਠਾਹਰ। ਵੀ ਮੈਨੂੰ ਔਖਾ ਵੇਲਾ ਆਵੇ, ਸਮਾਂ ਆਵੇ ਤੇ ਮੈਂ ਕਿਹਦੇ ਕੋਲ ਜਾਣਾ। ਹੇ ਗੁਰੂ ਨਾਨਕ ਸਾਹਿਬ, ਸਭ ਨੇ ਕੋਈ ਨਾ ਕੋਈ ਆਸਰਾ ਬਣਾਇਆ। ਕਿਸੇ ਹੀ ਕੋਈ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ। ਉਹ ਕਹਿੰਦਾ ਭਾਈ ਮੈਨੂੰ ਤਾਂ ਔਖੇ ਵੇਲੇ ਫਲਾਣੇ ਨੇ ਸਾਂਭ ਲੈਣਾ, ਮੈਨੂੰ ਤਾਂ ਔਖੇ ਵੇਲੇ ਫਲਾਣੇ ਨੇ ਆਸਰਾ ਦੇ ਦੇਣਾ। ਸਭ ਨੇ ਕੋਈ ਨਾ ਕੋਈ ਆਸਰਾ ਤੱਕਿਆ, ਬਣਾਇਆ। ਹੇ ਗੁਰੂ ਨਾਨਕ ਸਾਹਿਬ, ਮੈਂ ਨਿਮਾਣੀ ਦੇ ਆਸਰੇ ਕੇਵਲ ਤੁਸੀਂ ਹੋ, ਮੈਨੂੰ ਤੁਹਾਡੇ ਬਿਨਾਂ ਕੋਈ ਆਸਰਾ ਨਹੀਂ। ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਮੈਂ ਨਿਮਾਣੀ ਦੇ ਆਸਰੇ, ਹੇ ਗੁਰੂ ਨਾਨਕ ਸਾਹਿਬ, ਕੇਵਲ ਤੁਸੀਂ। ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ, ਕੋਈ ਠਾਹਰ ਨਹੀਂ। ਤੁਹਾਡੇ ਤੇ ਹੀ ਤਾਣ ਹੈ ਮਹਾਰਾਜ, ਸਾਨੂੰ ਆਸਰਾ ਵੀ ਤੁਹਾਡਾ ਹੀ ਹੈ। ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰ, ਤੁਸੀਂ ਮੇਰੇ ਪ੍ਰਾਣਾਂ ਦੇ ਆਸਰੇ ਹੋ, ਤੁਸੀਂ ਹੀ ਮੇਰਾ ਆਸਰਾ। ਸਗਲ ਦੁਆਰ ਕੋ ਛਾੜ ਕੇ ਰਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ। ਹਾਂਜੀ। ਕਿਉਂ ਨਾ ਮਰੀਜਾ ਰੋਏ, ਜਾਂ ਲਾਗੋ ਚਿਤ ਨਾ ਆਵਹੇ। ਮੈਂ ਕਿਉਂ ਨਾ ਰੋ ਰੋ ਕੇ ਮਰ ਜਾਵਾਂ, ਜਦੋਂ ਤੱਕ ਇਹੋ ਜਿਹਾ ਦਿਆਲੂ ਰੱਬ ਮੈਨੂੰ ਮੇਰੇ ਚੇਤੇ 'ਚ ਚਿਤ ਨਾ ਆਵੇ। ਫਿਰ ਤਾਂ ਮਰਨਾ ਹੀ ਹੈ ਨਾ ਰੋ ਕੇ ਉਹਦੇ ਬਿਨਾਂ। ਜਿਹੜਾ ਮੇਰਾ ਆਸਰਾ ਨਿਮਾਣੀ ਦਾ, ਉਹਦੇ ਬਿਨਾਂ ਮੈਂ ਰੋ ਰੋ ਕੇ ਕਿਉਂ ਨਾ ਮਰ ਜਾਵਾਂ।
ਜੇ ਉਹਦੇ ਤੋਂ ਮੈਨੂੰ ਵੱਖਰਾ ਹੋਣਾ ਪਵੇ, ਉਹਦੇ ਤੋਂ ਮੈਨੂੰ ਜੁਦਾ ਹੋਣਾ ਪਵੇ, ਉਹਦੇ ਤੋਂ ਮੈਨੂੰ ਵਿਛੜਨਾ ਪਵੇ, ਤੇ ਮੈਂ ਰੋਕ ਰੋਕ ਕੇ ਕਿਉਂ ਨਾ ਮਰਾਂ? ਜਦੋਂ ਤੱਕ ਉਹ ਚੇਤਨਾ ਆਵੇ। ਹੁਣ ਅੱਗੇ ਉਪਦੇਸ਼ ਦਿੰਦੇ ਹਨ। ਮਹੱਲਾ ਦੂਜਾ, ਜਾਂ ਸੁਖ ਤਾਂ ਸੁਹਰਾਵਿਓ, ਦੁੱਖ ਭੀ ਸੰਭਾਲਿਓ ਏ। ਪਾਤਸ਼ਾਹ ਕਹਿੰਦੇ ਧੰਨ ਗੁਰੂ ਅੰਗਦ ਦੇਵ ਸਾਹਿਬ, ਜਦੋਂ ਸੁੱਖ ਹੈ ਤਾਂ ਸੁੱਖ ਵਿੱਚ ਵੀ 100 ਨੂੰ ਰਾਵੀਏ। ਸੁੱਖ ਵਿੱਚ ਉਹ ਭੁੱਲੇ ਨਾ ਜਿਹਨੇ ਸੁੱਖ ਦਿੱਤਾ। ਅਕਸਰ ਸੁੱਖ ਵਿੱਚ ਭੁੱਲ ਜਾਂਦਾ, ਸੁੱਖ ਵਿੱਚ ਨਹੀਂ ਚੇਤੇ ਰਹਿੰਦਾ ਪਰਮੇਸ਼ਰ। ਸੁੱਖਾਂ ਵਿੱਚ ਬੰਦਾ ਇੰਨਾ ਵਿਅਸਤ ਹੁੰਦਾ, ਸੁਖਦਾਤਾ ਮਨੋਂ ਵਿਸਰ ਜਾਂਦਾ। ਜਿਵੇਂ ਜਿਵੇਂ ਸੁੱਖ ਦੇ ਨੇੜੇ ਜਾਂਦਾ, ਸੁੱਖ ਦੇਣ ਵਾਲਾ ਭੁੱਲਦਾ ਚਲਿਆ ਜਾਂਦਾ ਇਹਨੂੰ। ਪਾਤਸ਼ਾਹ ਕਹਿੰਦੇ ਸਿੱਖਾ, ਜੇ ਸੁੱਖ ਹੈ ਤਾਂ ਸੁੱਖ ਵਿੱਚ ਵੀ ਉਹਨੂੰ ਆਰਾਧ, ਸੁੱਖ ਵਿੱਚ ਤਾਂ ਸਗੋਂ ਦੁੱਗਣਾ ਆਰਾਧ। ਦਾਤਿਆ ਤੇਰਾ ਸ਼ੁਕਰ ਹੈ, ਸਾਨੂੰ ਤੂੰ ਲੱਖਾਂ ਨਾਲੋਂ ਚੰਗਿਆਂ ਬਣਾਇਆ, ਤੇਰਾ ਸ਼ੁਕਰ ਹੈ। ਸੁੱਖ ਵਿੱਚ ਆਪਣੇ 100 ਨੂੰ ਰਾਵੀਏ, ਤੇ ਜੇ ਦੁੱਖ ਹੋਵੇ ਤੇ ਦੁੱਖ ਵਿੱਚ ਵੀ ਉਹਨੂੰ ਸੰਭਾਲੀਏ, ਉਹਨੂੰ ਯਾਦ ਕਰੀਏ ਤਾਂ ਜੋ ਦੁੱਖ ਦੂਰ ਹੋ ਜਾਏ। ਦੁੱਖ ਵੀ ਆਉਂਦਾ, ਸੁੱਖ ਵੀ ਆਉਂਦਾ, ਸਰੀਰ ਦੇ ਕੱਪੜੇ ਨੇ। ਦੁੱਖ ਆਪਣੇ ਕਰਮਾਂ ਦਾ ਬੀਜ ਹੈ, ਜਿਹੜਾ ਬੀਜਿਆ ਹੁਣ ਉਗਣਾ ਤਾਂ ਸੀਗਾ। ਆ ਗਿਆ ਹੈ ਦੁੱਖ, ਕੋਈ ਗੱਲ ਨਹੀਂ, ਹੌਸਲਾ ਰੱਖ, ਧੀਰਜ ਰੱਖ, ਪਰਮੇਸ਼ਰ ਨੂੰ ਆਰਾਧ ਤਾਂ ਜੋ ਤੇਰਾ ਇਹ ਦੁੱਖ ਦੂਰ ਹੋ ਜਾਏ। ਜੇ ਸੁੱਖ ਹੈ ਤਾਂ ਵੀ ਰਾਵ, ਜੇ ਦੁੱਖ ਹੈ ਤਾਂ ਵੀ ਉਸ ਦੀ ਆਰਾਧਨਾ ਕਰ। ਦੋਨਾਂ ਸਮਿਆਂ 'ਚ ਇੱਕ ਬਿਰਤੀ ਰੱਖਣੀ। ਗਿਆਨੰ ਸਮ ਦੁਖ ਸੁਖੰ, ਜੁਗਤ ਨਿਰਮਲ ਨਿਰਵੈਰਣ। ਗਿਆਨੰ ਸਮ ਦੁਖ ਸੁਖੰ, ਦੁੱਖ ਤੇ ਸੁੱਖ 'ਚ ਇੱਕੋ ਜੀ ਸਮਾਨ ਬਿਰਤੀ ਰੱਖਣੀ। ਜੋ ਨਰ ਦੁਖ ਮੈਂ ਦੁਖ ਨਹੀਂ ਮੰਨ, ਸੁਖ ਸਨੇਹ ਆਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਨ। ਜੇ ਸੁੱਖ ਹੈ ਤਾਂ ਵੀ ਰਾਵ, ਜੇ ਦੁੱਖ ਹੈ ਤਾਂ ਵੀ ਉਸ ਦੀ ਆਰਾਧਨਾ ਕਰ। ਨਾਨਕ ਕਹਿ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੇ ਸਿਆਣੀਏ ਜੀਵ ਰੂਪੀ ਇਸਤਰੀਏ, ਜੇ ਤੂੰ ਇਸ ਤਰ੍ਹਾਂ ਦੁੱਖ ਸੁੱਖ ਦੋਨਾਂ ਵਿੱਚ ਉਸ ਦੀ ਆਰਾਧਨਾ ਕਰੇ, ਇਉਂ ਏਦਾਂ ਕਰਨ ਨਾਲ ਤੇਰਾ ਉਸ ਪਤੀ ਨਾਲ ਮਿਲਾਪ ਹੋਵੇਗਾ, ਉਸ ਪਰਮੇਸ਼ਰ ਵਿੱਚ ਮਿਲਾਪ ਹੋਵੇਗਾ। ਇਉਂ ਕੰਤ ਮਿਲਾਵਾ ਹੋਏ, ਇਉਂ ਏਦਾਂ ਤੂੰ ਉਸ ਕੰਤ ਨੂੰ ਮਿਲੇਂਗੀ। ਇਹ ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਉਚਾਰੇ ਨੇ। ਪੌੜੀ ਮਹਾਰਾਜ ਜਗਤ ਗੁਰੂ ਧੰਨ ਗੁਰੂ ਅਮਰਦਾਸ ਜੀ ਉਚਾਰਨ ਕਰ ਰਹੇ ਨੇ। ਸੂਹੀ ਦੀ ਵਾਰ ਦੀ ਅਖੀਰਲੀ ਪੌੜੀ ਉਚਾਰ ਕੇ ਮਹਾਰਾਜ ਜੀ ਇੱਥੇ ਵਾਰ ਦੀ ਸਮਾਪਤੀ ਵੀ ਕਰਦੇ ਨੇ। ਤੀਸਰੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪੌੜੀ ਸਰਵਣ ਕਰੀਏ ਜੀ। ਪੌੜੀ ਹਉ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਧੰਨ ਗੁਰੂ ਅਮਰਦਾਸ ਜੀ ਅਕਾਲ ਪੁਰਖ ਜੀ ਦੇ ਸਨਮੁਖ ਖਲੋ ਕੇ ਕਹਿੰਦੇ, ਹੇ ਅਕਾਲ ਪੁਰਖ ਜੀ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਹੇ ਗੁਰੂ ਨਾਨਕ ਪਾਤਸ਼ਾਹ ਜੀ, ਮੈਂ ਤੁਹਾਡੀ ਕੀ ਉਪਮਾ ਕਰਾਂ, ਕੀ ਸਲਾਘਾ ਕਰਾਂ। ਨਿਕਾ ਜਾ ਜਨਤਾ ਕਿਰਮ, ਕਿਰਮ ਕਿਰਮ ਕਹਿੰਦੇ ਆ ਜਿਹੜਾ ਕਿਸੇ ਫੋੜੇ 'ਚ ਪੈਦਾ ਹੋ ਜਾਂਦਾ ਨਾ, ਉਹਨੂੰ ਕਿਰਮ ਕਹਿੰਦੇ ਆ। ਕਿਸੇ ਜ਼ਖਮ 'ਚ ਪੈਦਾ ਹੋ ਜਾਏ, ਇਹੋ ਜਿਹੇ ਕੀੜੇ ਕਿਰਮਾ ਮਹਾਰਾਜ ਅਸੀਂ। ਨਿਕਾ ਜਾ ਕਿਰਮ ਜੰਤ, ਕੀ ਸਲਾਮਾ ਤੁਹਾਨੂੰ, ਤੇਰੀ ਵਡਿਆਈ ਤਾਂ ਬੜੀ ਵੱਡੀ। ਜਾਂ ਇਸ ਤਰ੍ਹਾਂ ਕਹਿ ਲਈਏ, ਕੀੜੀ ਮਿਸ਼ਰੀ ਦੇ ਪਹਾੜ ਤੇ ਆਈ ਹੈ, ਹੁਣ ਉਸ ਮਿਸ਼ਰੀ ਦੇ ਪਹਾੜ ਦਾ ਕੀ ਅੰਤ ਪਾਵੇਗੀ? ਉਹ ਅੰਤ ਪਾਵੇ ਕਿ ਆਪਣਾ ਪੇਟ ਭਰੇ? ਜੇ ਅੰਤ ਪਾਉਣ ਲੱਗੀ ਤਾਂ ਉੱਥੇ ਹੀ ਫਾਵੀ ਹੋ ਜਾਏਗੀ।
ਜੇ ਪੇਟ ਭਰਨਾ ਤੇ ਮਿਸ਼ਰੀ ਦਾ ਉਸ ਪਹਾੜ ਦੇ ਵਿੱਚੋਂ ਥੋੜੀ ਜਿਹੀ ਮਿਸ਼ਰੀ ਚੱਖਣੀ, ਚੱਖ ਕੇ ਆਨੰਦ ਚ ਹੋ ਜਾਣਾ। हे ਵਾਹਿਗੁਰੂ, ਤੇ ਤੇਰੀ ਵਡਿਆਈ ਕਰਕੇ ਤੇਰਾ ਅੰਤ ਪਾਉਣਾ ਚਾਹਾਂ ਤਾਂ ਤੂੰ ਬੇਅੰਤ ਹੈ, ਮੈਂ ਨਿੱਕਾ ਜਿਹਾ ਕਿਰਮ ਹਾਂ ਨਹੀਂ ਕਰ ਸਕਾਂਗਾ। ਪਰ ਜੇ ਮਿਸ਼ਰੀ ਦੇ ਪਹਾੜ ਵਰਗੀ ਤੇਰੀ ਵਡਿਆਈ ਚੋਂ ਥੋੜੀ ਤੇਰੀ ਸਿਫਤ ਕਰਕੇ ਆਪਣੇ ਆਤਮਿਕ ਆਨੰਦ ਦੇ ਵਿੱਚ ਟਿਕਣਾ, ਫਿਰ ਗੱਲ ਬਣ ਸਕਦੀ। ਉਹਦਾ ਅੰਤ ਨਹੀਂ। ਜਿੰਨੀ ਵਡਿਆਈ ਪਰਮੇਸ਼ਰ ਦੀ ਕੀਤੀ ਗਈ ਹੈ ਗੁਰਬਾਣੀ ਵਿੱਚ, ਧਰਮ ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ, ਮਹਾਂਪੁਰਸ਼ਾਂ, ਰਿਸ਼ੀਆਂ, ਮੁਨੀਆਂ, ਤਪਸਵੀਆਂ ਵੱਲੋਂ, ਪਰਮੇਸ਼ਰ ਦਾ ਅੰਤ ਪਾਉਣ ਵਾਸਤੇ ਨਹੀਂ। ਇਸ ਲਈ ਕਿ ਉਹਦੀ ਕੁਝ ਕੁ ਵਡਿਆਈ ਕਹਿ ਕੇ ਜੀਵ ਆਤਮਿਕ ਆਨੰਦ ਚ ਟਿਕ ਸਕੇ, ਰਸ ਲੈ ਸਕੇ, ਆਨੰਦ ਮਾਣ ਸਕੇ। ਉਹਦਾ ਅੰਤ ਨਹੀਂ ਪਾਉਣ ਵਾਸਤੇ। ਜੇ ਅੰਤ ਪਾਉਣ ਦੀ ਗੱਲ ਹੁੰਦੀ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਕੇ ਅਖੀਰ 'ਚ ਜਾ ਕੇ ਰਾਗ ਮਾਲਾ ਤੋਂ ਪਹਿਲਾਂ ਮੇਰੇ ਸਾਹਿਬ ਇਹ ਨਾ ਕਹਿੰਦੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਇਹ ਨਾ ਕਹਿੰਦੇ ਫਿਰ। ਹੇ ਗਰੀਬ ਨਵਾਜ, ਮੈਂ ਨਿੱਕਾ ਜਿਹਾ ਕਿਰਮ ਜੰਤ ਹਾਂ, ਤੇਰੀ ਵਡਿਆਈ ਵੱਡੀ ਹੈ। ਤੂੰ ਅਗੰਮ ਦਿਆਲ ਅਗੰਮ ਹੈ, ਆਪ ਲਹਿ ਮਿਲਾਏ। ਤੂੰ ਅਗਮ ਦਿਆਲ ਅਗੰਮ ਹੈ। हे ਪ੍ਰਭੂ, ਤੂੰ ਅਪਹੁੰਚ ਹੈ, ਦਿਆਲੂ ਹੈ। ਅਗੰਮ ਅਪਹੁੰਚ ਹੈ। ਜਿਨ੍ਹਾਂ ਤੇ ਤੁਸੀਂ ਤਰਸ ਕਰਦੇ ਹੋ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ। ਆਪ ਲਹਿ ਮਿਲਾਈ, ਜਿਨ੍ਹਾਂ ਨੂੰ ਮਿਲਾ ਲੈਂਦੇ ਹੋ ਨਾ ਆਪਣੇ ਵਿੱਚ, ਉਹੀ ਤੁਹਾਡੇ 'ਚ ਮਿਲਦੇ ਆ, ਤੁਹਾਡੇ 'ਚ ਭੇਦ ਹੁੰਦੇ ਹਨ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਏ। हे ਪ੍ਰਭੂ ਜੀ, ਮੇਰਾ ਤੁਹਾਡੇ ਬਿਨਾ ਕੋਈ ਬੇਲੀ ਨਹੀਂ ਹੈ। ਤੁਸੀਂ ਮੇਰੇ ਬੇਲੀ ਹੋ ਮੇਰੇ ਸਾਹਿਬ ਜੀ। ਤੁਸੀਂ ਹੀ ਮੇਰੇ ਅੰਤ ਵਿੱਚ ਮੇਰੀ ਸਹਾਇਤਾ ਕਰਨ ਵਾਲੇ ਮੇਰੇ ਸਖਾ ਹੋ, ਸਖਾਈ ਹੋ। ਤੂੰ ਅੰਤ ਸਖਾਈ। ਮਹਾਰਾਜ ਜੀ, ਤੁਸੀਂ ਮੇਰੇ ਅੰਤ ਨੂੰ ਸਖਾ ਹੋ ਕੇ ਨਾਲ ਨਿਭਣ ਵਾਲੇ ਹੋ। ਜੋ ਤੇਰੀ ਸਰਣਾਗਤੇ ਤਿੰਨ ਲਹਿ ਛਡਾਏ। ਇਹ ਸਾਹਿਬ ਜੀ, ਜਿਹੜੇ ਤੁਹਾਡੀ ਸ਼ਰਨ ਚ ਆ ਜਾਂਦੇ ਨੇ ਉਹਨਾਂ ਨੂੰ ਤੁਸੀਂ ਛਡਾ ਲੈਂਦੇ ਹੋ। ਜਿਹੜਾ ਸ਼ਰਨ ਆ ਗਿਆ ਉਹਨੂੰ ਛੁਡਾ ਲਿਆ। ਭਾਈ ਇਹ ਮੇਰਾ, ਹੁਣ ਇਹਦੀ ਵਾਹ ਵੱਲ ਨਾ ਵੇਖੀ, ਇਹ ਮੇਰਾ। ਉਹਨੂੰ ਜਮਾਂ ਤੋਂ ਛੁਡਾ ਲੈਂਦੇ ਹੋ, ਉਹਨੂੰ ਜਨਮ ਮਰਨ ਤੋਂ ਛੁਡਾ ਲੈਂਦੇ ਹੋ, ਉਹਨੂੰ ਵਿਕਾਰਾਂ ਤੋਂ ਛੁਡਾ ਲੈਂਦੇ ਹੋ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਈਰਖਾ ਤੋਂ, ਦਵੈਸ਼ ਤੋਂ, ਨਿੰਦਾ ਤੋਂ, ਚੁਗਲੀ ਤੋਂ, ਬਦ ਫੈਲੀਆਂ ਤੋਂ, ਭੈੜੇ ਕਰਮਾਂ ਤੋਂ ਛੁਡਾ ਲੈਂਦੇ ਹੋ। ਵੀ ਇਹ ਮੇਰਾ। ਜਿਹੜਾ ਤੁਹਾਡੀ ਸ਼ਰਨ ਆ ਜਾਏ, ਤੁਹਾਡੀ ਸ਼ਰਨ ਦਾ ਇਹੋ ਜਿਹਾ ਆਨੰਦ ਹੈ ਮਹਾਰਾਜ, ਤੁਸੀਂ ਸ਼ਰਨ ਸੂਰ ਹੋ। ਨਾਨਕ ਵੇ ਪਰਵਾਉ ਹੈ, ਤਿਸ ਤਿਲ ਨਾ ਤਮਾਈ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਕਹਿੰਦੇ, ਮੇਰਾ ਮਾਲਕ ਵੇ ਪਰਵਾਹੋ ਹੈ, ਨਾਨਕ ਵੇ ਪਰਵਾਹੋ ਹੈ। ਆਮ ਕਰਕੇ ਬਹੁਤ ਸਾਰੇ ਵੀਰ ਹਾਹੇ ਨੂੰ ਔਂਕੜ ਨਹੀਂ ਉਚਾਰਦੇ, ਇੱਥੇ ਵੇ ਪਰਵਾਹ ਕਹਿ ਜਾਂਦੇ ਨੇ। ਔਂਕੜ ਲੱਗੀ ਆ ਉਹ ਵੀ ਬੋਲੇਗੀ ਵੇ ਪਰਵਾਹੋ। हे ਸਾਹਿਬ, ਤੂੰ ਵੇ ਪਰਵਾਹ ਹੈ। ਇਹੋ ਜਿਹਾ ਵੇ ਪਰਵਾਹ ਕਿ ਉਹਨੂੰ ਕਿਸੇ ਕੋਲੋਂ ਤਿਲ ਮਾਤਰ ਵੀ ਤਮਾ ਨਹੀਂ। ਤਿਸ ਤਿਲ ਨਾ ਤਮਾਈ। ਤਿਲ ਮਾਤਰ ਵੀ ਉਹ ਤਮਾ ਨਹੀਂ ਰੱਖਦਾ, ਕਿਸੇ ਤੋਂ ਲਾਲਸ ਨਹੀਂ ਰੱਖਦਾ ਵੀ ਬਦਲੇ 'ਚ ਮੈਨੂੰ ਇਹ ਜੀਵ ਇਹ ਕੁਝ ਦੇਵੇਗਾ। ਬਸ ਦਾਤਾ ਹੈ, ਦਿੰਦਾ, ਬਦਲੇ 'ਚ ਕੋਈ ਕਾਂਖਾ ਨਹੀਂ ਰੱਖਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਇੱਕ ਵਾਰ ਫੇਰ ਸਮੁੱਚੀਆਂ ਸੰਗਤਾਂ ਨੂੰ ਜਗਤ ਗੁਰੂ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।